BC ਕੈਨੇਡਾ ਸਰਕਾਰ ਵਿੱਚ ਲੇਬਰ ਮਿਨਿਸਟਰ ਹੈਰੀ ਬੈਂਸ ਨੇ ਸਾਂਝਾ ਟੀਵੀ ਨਾਲ ਇੱਕ ਸੰਖੇਪ ਮੁਲਾਕਾਤ ਦੌਰਾਨ ਉਹਨਾਂ ਕੰਮਾਂ ਬਾਰੇ ਚਾਨਣਾ ਪਾਇਆ ਜੋ ਪਬਲਿਕ ਹਿੱਤ ਵਿੱਚ ਉਹਨਾਂ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ। ਇਸ ਦੌਰਾਨ ਉਹਨਾਂ ਨੇ ਪਿਛਲੀ ਸਰਕਾਰ ਉੱਤੇ ਇਹ ਇਲਜ਼ਾਮ ਵੀ ਲਾਏ ਕਿ ਪਿਛਲੀ ਸਰਕਾਰ ਜਾਣ-ਬੁੱਝ ਕੇ ਕਈ ਕੰਮਾਂ ਨੂੰ ਰੋਕ ਕੇ ਬੈਠੀ ਰਹੀ, ਸਗੋਂ ਉਲਟਾ ਗੇੜਾ ਦਿੰਦੀ ਰਹੀ। ਇੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਨੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਜਾਣ-ਬੁੱਝ ਕੇ ਉਲਝਾਇਆ। ਸਾਡੇ ਨਾਲ ਨੇ ਜੀ ਇਸ ਵੇਲੇ ਹੈਰੀ ਬੈਂਸ ਜੀ, ਮਿਨਿਸਟਰ ਲੇਬਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜੋ ਵੱਖ-ਵੱਖ ਇਸ਼ੂਜ਼ ਨੇ ਲੇਬਰ ਨਾਲ ਕੰਸਰਨ ਜਾਂ ਹੋਰ ਮਾਮਲਿਆਂ ਦੇ ਬਾਰੇ ਉਹ ਦਰਸ਼ਕਾਂ ਨਾਲ ਸਾਂਝੇ ਕਰਾਂਗੇ। ਜੀ ਬੈਂਸ ਸਾਹਿਬ, ਇਸ ਵੇਲੇ ਲੇਬਰ ਮਿਨਿਸਟਰੀ ਨੂੰ ਜਾਂ ਪਬਲਿਕ ਨੂੰ ਆਪਸ ਵਿੱਚ ਕਿਹੜੇ ਪ੍ਰੋਬਲਮਸ ਤੁਹਾਨੂੰ ਦਿਖਦੀਆਂ, ਪਬਲਿਕ ਦੇ ਇਸ਼ੂਜ਼ ਕਿਹੜੇ ਨੇ ਜਿਹੜੇ ਤੁਹਾਨੂੰ ਲੱਗਦਾ ਤੁਰਤ ਹੱਲ ਕਰਨ ਵਾਲੇ ਬਣਦੇ ਆ? ਇਸ ਵੇਲੇ ਸਾਡੇ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਕਿ ਵਰਕਰਾਂ ਦੀ ਘਾਟ ਆ, ਜੌਬਸ ਬਹੁਤ ਜ਼ਿਆਦਾ। ਸਾਡੇ ਬ੍ਰਿਟਿਸ਼ ਕੋਲੰਬੀਆ ਦੀ ਇਕੋਨਮੀ ਸਾਰੇ ਸੂਬਿਆਂ ਨਾਲੋਂ ਤਕਰੀਬਨ ਵੱਧ ਉਹ ਪ੍ਰਫੁੱਲਤ ਹੈਗੀ ਆ। ਅਨਪਲਾਇਮੈਂਟ ਰੇਟ ਵੀ ਸਾਡਾ ਸਾਰੇ ਸੂਬਿਆਂ ਨਾਲੋਂ ਘੱਟ ਹੈਗਾ। ਸੋ ਤਕਰੀਬਨ ਫੁੱਲ ਇੰਪਲੋਇਮੈਂਟ ਹੈਗਾ। ਔਰ ਪਿਛਲੇ ਸਾਲ ਭਾਵੇਂ ਕਿ ਸਭ ਤੋਂ ਜ਼ਿਆਦਾ ਪਿਛਲੇ 60 ਸਾਲਾਂ ਦੇ ਵਿੱਚ ਦੂਜਿਆਂ ਸੂਬਿਆਂ ਤੋਂ ਤਾਂ ਬਾਹਰੋਂ ਲੋਕ ਇੱਥੇ ਆ ਕੇ ਵਸੇ ਆ, ਕਿਉਂਕਿ ਉਹਨਾਂ ਨੂੰ ਇੱਥੇ ਆਸ ਆ, ਉੱਥੇ ਹੋਪ ਹੈਗੀ ਆ। ਬ੍ਰਿਟਿਸ਼ ਕੋਲੰਬੀਆ ਦਾ ਵਾਤਾਵਰਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਲੇਬਰ ਜਿਹੜੇ ਲਾਜ਼ ਹੈਗੇ ਆ, ਵਰਕਿੰਗ ਕੰਡੀਸ਼ਨਸ ਆ, ਉਹਨਾਂ ਨੂੰ ਦੇਖ ਕੇ ਇੱਧਰ ਨੂੰ ਆ ਰਹੇ ਲੋਕ, ਜਿਹਦਾ ਸਾਨੂੰ ਫਾਇਦਾ ਕਿਉਂਕਿ ਸਾਡੇ ਵਰਕਰਾਂ ਦੀ ਬਹੁਤ ਘਾਟ ਆ। ਉਹ ਸਿੰਪਲ ਲੇਬਰ ਜੌਬ ਤੋਂ ਲੈ ਕੇ ਸਕਿੱਲ ਲੇਬਰ ਜਿਹੜੀ ਆ ਉਹਨਾਂ ਦੀ ਘਾਟ ਆ। ਸੋ ਉਹਨਾਂ 'ਤੇ ਕੰਮ ਹੋ ਰਿਹਾ ਵੀ ਕਿਸ ਤਰ੍ਹਾਂ ਅਸੀਂ ਹੋਰ ਵਰਕਰਾਂ ਨੂੰ ਇੱਥੇ ਅਟਰੈਕਟ ਕਰੀਏ। ਇਮੀਗ੍ਰੇਸ਼ਨ ਫੈਡਰਲ ਗੌਰਮੈਂਟ ਨਾਲ ਰਲ ਕੇ ਕਿਸ ਤਰ੍ਹਾਂ ਅਸੀਂ ਜਿਹੜੇ ਨਵੇਂ ਇਮੀਗ੍ਰੈਂਟ ਉਹਨਾਂ ਦਾ ਫਾਇਦਾ ਉਠਾ ਸਕੀਏ, ਤਾਂ ਕਿ ਜਿਹੜੀਆਂ ਸਾਡੀਆਂ ਜੌਬਸ ਇਸ ਵੇਲੇ ਵੇਕੈਂਸੀਜ਼ ਹੈਗੀਆਂ ਉਹਨਾਂ ਨੂੰ ਆਪਾਂ ਫਿਲ ਕਰ ਸਕੀਏ, ਤਾਂ ਕਿ ਜਿਹੜੇ ਇੰਪਲੋਇਰ ਹੈਗੇ ਆ ਉਹ ਆਪਣਾ ਕੰਮ ਫੁੱਲ ਕਪੈਸਿਟੀ 'ਤੇ ਕਰ ਸਕਣ ਅਤੇ ਸਾਡੇ ਸੂਬੇ ਦੀ ਇਕੋਨਮੀ ਹੋਰ ਵਧੇ। ਅਖੀਰ ਨੂੰ ਸਾਡਾ ਮਕਸਦ ਇਹ ਹੀ ਹੈਗਾ ਕਿ ਲੋਕਾਂ ਦੀਆਂ ਜ਼ਿੰਦਗੀਆਂ ਸੁਖਾਲੀਆਂ ਕਰਨੀਆਂ। ਇਹ ਅਸੀਂ ਟੀਚਾ ਲੈ ਕੇ ਤੁਰੇ ਸੀ। ਅਤੇ ਜਿਹੜੀਆਂ ਸਰਵਿਸਿਜ਼ ਹੈਗੀਆਂ, ਚਾਹੇ ਸਿਹਤ ਸੇਵਾਵਾਂ, ਚਾਹੇ ਐਜੂਕੇਸ਼ਨ, ਚਾਈਲਡ ਕੇਅਰ, ਉਹ ਕਿਸ ਤਰ੍ਹਾਂ ਅਸੀਂ ਇੰਪਰੂਵ ਕਰਨੀਆਂ ਅਤੇ ਇਕੋਨਮੀ ਇਹੋ ਜਿਹੀ ਬਣਾਉਣੀ ਜਿਹਦਾ ਫਾਇਦਾ ਸਾਰੇ ਬ੍ਰਿਟਿਸ਼ ਕੋਲੰਬੀਆ ਨੂੰ ਹੋਵੇ। ਨਾ ਕਿ ਜਿੱਦਾਂ ਪਹਿਲਾਂ ਹੁੰਦਾ ਸੀ ਕਿ ਕੁਛ ਉੱਪਰ ਵਾਲਿਆਂ ਨੂੰ ਬਹੁਤ ਫਾਇਦਾ ਹੁੰਦਾ ਸੀ, ਥੱਲੇ ਵਾਲਿਆਂ ਦਾ ਉਹਦਾ ਕੋਈ ਫਾਇਦਾ ਨਹੀਂ ਸੀ ਹੋ ਰਿਹਾ ਔਰ ਸਫਰ ਕਰ ਰਹੇ ਸੀ, ਜ਼ਿੰਦਗੀ ਥੋੜ੍ਹੀ ਔਖੀ ਸੀ। ਸੋ ਇਸ ਵੇਲੇ ਇਹ ਸਾਡੇ ਚੈਲੰਜਸ ਹੈਗੇ ਆ, ਇਹ ਸਾਡੀਆਂ ਅਪਰਚੁਨਿਟੀਜ਼ ਹੈਗੀਆਂ। ਅਤੇ ਪਰ ਮੈਂ ਖੁਸ਼ ਹਾਂ ਕਿ ਇਸ ਸਰਕਾਰ ਦੇ ਨਾਲ ਮੈਂ ਉਸ ਦਾ ਹਿੱਸਾ ਹਾਂ। ਔਰ ਇਸ ਵੇਲੇ ਜੇ ਦੇਖਿਆ ਜਾਵੇ ਮਿਨੀਮਮ ਵੇਜ ਜਦੋਂ ਸਰਕਾਰ ਬਣੀ ਸੀ 5 ਸਾਲ ਪਹਿਲਾਂ, ਸਾਰੇ ਸੂਬਿਆਂ ਤੋਂ ਕਹਿ ਲਓ ਵਨ ਆਫ ਦਾ ਲੋਐਸਟ ਮਿਨੀਮਮ ਵੇਜ ਸੀ। ਅੱਜ ਪਿਛਲੇ ਸਾਲ ਤੋਂ ਸ਼ੁਰੂ ਹੋ ਕੇ ਸਾਰੇ ਸੂਬਿਆਂ ਤੋਂ ਵੱਧ ਮਿਨੀਮਮ ਵੇਜ ਹੈਗੀ ਹੈ, $15.65 ਸਾਡੇ। ਅਤੇ ਅਸੀਂ ਜਿਹੜਾ ਬੈਂਸ ਸਾਹਿਬ ਮਿਨੀਮਮ ਵੇਜਿਸ ਦਾ ਕੋਈ ਸਥਾਈ ਫਾਰਮੂਲਾ ਵੀ ਬਣਾਇਆ ਗਿਆ ਜਿਹੜਾ ਲਗਾਤਾਰ ਲੱਗਦੇ ਰਹਿਣ, ਆਪਣੇ ਆਪ ਹੁੰਦਾ ਰਹੇ, ਅਤੇ ਕੀ ਇਹਨੂੰ ਮਹਿੰਗਾਈ ਦਰ ਨਾਲ ਜੋੜਿਆ ਗਿਆ ਵੀ ਜਿਵੇਂ ਮਹਿੰਗਾਈ ਵੱਧਦੀ ਆ ਤਿਵੇਂ ਮਿਨੀਮਮ ਵੇਜਿਸ ਵੀ ਵੱਧਦੇ ਰਹਿਣ? ਸੋ ਜਦੋਂ ਅਸੀਂ ਇਹ ਬੀੜਾ ਚੁੱਕਿਆ ਸੀਗਾ 5 ਸਾਲ ਪਹਿਲਾਂ, ਅਤੇ ਮੇਰੇ ਕਮਿਸ਼ਨ ਬਿਠਾਇਆ ਸੀਗਾ ਜਿਹਦੇ ਵਿੱਚ ਬਿਜ਼ਨਸ ਰੈਪਰੈਜ਼ੈਂਟੇਟਿਵ ਸੀਗਾ ਅਤੇ ਵਰਕਰ ਰੈਪਰੈਜ਼ੈਂਟੇਟਿਵ ਸੀਗਾ ਅਤੇ ਸਾਡੇ ਇੱਕ ਨਿਊਟਰਲ ਆਰਬਿਟਰੇਟਰ ਮੀਡੀਏਟਰ ਕਹਿ ਲਓ ਉਹ ਸੀਗੇ। ਉਹਨਾਂ ਦੀ ਰਿਪੋਰਟ ਮੁਤਾਬਕ 4 ਸਾਲ ਦੇ ਵਿੱਚ ਉਹ ਕਹਿੰਦੇ ਅਸੀਂ ਸੁਣਿਆ ਇੰਪਲੋਇਰ ਚਾਹੁੰਦੇ ਕਿ ਸਰਟਨਟੀ ਚਾਹੀਦੀ ਸਾਨੂੰ। ਇਹ ਨਹੀਂ ਹੋਵੇ ਕਿ ਤੁਸੀਂ 2 ਸਾਲ ਵਧਾਓ ਉਹਨੂੰ ਫਿਰ ਇੱਕ ਵਾਰੀ ਆ ਕੇ ਇੱਕਦਮ ਵਧਾ ਦਿਓ। ਸਰਟਨਟੀ ਹੋਵੇ, ਗ੍ਰੈਜੂਅਲ ਪ੍ਰੈਡਿਕਟੇਬਲ ਜਿਹੜੀ ਇਨਕਰੀਜ਼ ਹੋਵੇ, ਉਹ ਸਾਡੇ ਵਾਸਤੇ ਠੀਕ ਆ। ਉਹਦੇ ਮੁਤਾਬਕ ਅਸੀਂ ਉਹ ਲਾਗੂ ਕਰ ਦਿੱਤੀਆਂ ਸੀ ਰੈਕਮੈਂਡੇਸ਼ਨਸ। ਪਰ ਨਾਲ ਉਸ ਵੇਲੇ ਅਸੀਂ ਇਹ ਵੀ ਪ੍ਰੋਮਿਸ ਕੀਤਾ ਸੀ ਉਸ ਤੋਂ ਅੱਗੇ ਚੱਲ ਕੇ ਅਸੀਂ ਜਿਹੜਾ ਮਿਨੀਮਮ ਵੇਜ ਆ ਉਹ ਇਨਫਲੇਸ਼ਨ ਦੇ ਰੇਟ ਦੇ ਨਾਲ ਟਾਈ ਕਰ ਦੇਵਾਂਗੇ। ਇਸੇ ਕਰਕੇ ਪਿਛਲੇ ਸਾਲ ਉਸ ਕਮਿਸ਼ਨ ਦੀ ਜਿਹੜੀ ਰਿਪੋਰਟ ਮੁਤਾਬਕ $15.20 ਰੇਟ ਹੋ ਗਿਆ ਸੀਗਾ। ਉਸ ਤੋਂ ਬਾਅਦ ਫਿਰ ਅਸੀਂ ਇਸ ਸਾਲ ਇਨਫਲੇਸ਼ਨ ਦੇ ਰੇਟ ਨਾਲ ਪਿਛਲੇ ਸਾਲ ਦੀ ਜਿਹੜੀ 2.8% ਸੀਗੀ ਇਨਫਲੇਸ਼ਨ ਦਰ, ਉਹਦੇ ਨਾਲ ਅਟੈਚ ਕਰਕੇ $15.65 ਕਰ ਦਿੱਤੀ। ਔਰ ਅੱਗੇ ਤੋਂ ਵੀ ਸਾਡੀ ਇਹੀ ਬਚਨ ਹੈਗੇ ਆ ਕਿ ਅਸੀਂ ਇਨਫਲੇਸ਼ਨ ਨਾਲ ਕਰ ਦਾਂਗੇ, ਤਾਂ ਕਿ ਵਰਕਰ ਨੂੰ ਵੀ ਪਤਾ ਹੋ ਗਿਆ ਮਹਿੰਗਾਈ ਕਿੰਨੀ ਵੱਧ ਰਹੀ ਹੈ ਤਾਂ ਉਹਦੇ ਮੁਤਾਬਕ ਵੇਜ ਵਧੇਗੀ, ਔਰ ਇੰਪਲੋਇਰ ਨੂੰ ਵੀ ਪਤਾ ਹੋਏਗਾ ਮੇਰੀ ਜਿਹੜੀ ਹੈ ਲੇਬਰ ਕਾਸਟ ਕਿੰਨੀ ਹੋਏਗੀ। ਕੁਝ ਲੋਕਲ ਇਸ਼ੂ ਨੇ ਜਿਵੇਂ ਸਕਾਈ ਟ੍ਰੇਨ ਨੂੰ ਹੋਰ ਅੱਗੇ ਐਕਸਟੈਂਡ ਕਰਨ ਦਾ, ਹਸਪਤਾਲਾਂ ਵਿੱਚ ਰਸ਼ ਦਾ, ਇਸੇ ਤਰ੍ਹਾਂ ਡਰੱਗ ਦਾ ਬਹੁਤ ਸਾਰੇ ਕੁਝ ਸ਼ਿਕਾਇਤਾਂ ਆਈਆਂ ਲੋਕਾਂ ਦੀਆਂ ਕਿ ਸਕੂਲਾਂ ਦੇ ਨੇੜੇ ਜਿਹੜੇ ਡਰੱਗ ਆ ਜਾਂ ਗੈਂਗਸਟਰ ਜਿਹੜੇ ਆ ਇਹਨਾਂ ਦਾ ਆਉਣਾ ਜਾਣਾ ਜ਼ਿਆਦਾ ਹੋ ਗਿਆ ਹੈ। ਇਹੋ ਜਿਹੇ ਮਸਲੇ ਜਿਹੜੇ ਆ ਇਹਨਾਂ ਮਸਲਿਆਂ ਨੂੰ ਨਜਿੱਠਣ ਲਈ ਜਿਹੜੀ ਸਰਕਾਰ ਆ BC ਦੀ, ਉਹ ਲੋਕਲ ਐਡਮਿਨਿਸਟ੍ਰੇਸ਼ਨ ਦੇ ਨਾਲ ਕੀ ਰਾਬਤਾ ਕਰਕੇ ਕੀ ਕਰ ਸਕਦੀ ਆ, ਕੀ ਕਰ ਰਹੇ ਹੋ?
ਸੋ ਸਕਾਈ ਟ੍ਰੇਨ ਦੀ ਗੱਲ ਲਈਏ, ਪਹਿਲੀ ਸਰਕਾਰ ਬਜਾਏ ਕਿ ਸਕਾਈ ਟ੍ਰੇਨ ਬਣਾਉਣ ਦੇ 3-4 ਸਾਲ ਉਹ ਵੇਸਟ ਕਰ ਗਏ। ਕਹਿੰਦੇ ਅਸੀਂ ਰੈਫਰੈਂਡਮ ਕਰਾਵਾਂਗੇ ਸਰੀ ਦੇ ਲੋਕਾਂ ਤੋਂ, ਕੀ ਤੁਸੀਂ ਚਾਹੁੰਦੇ ਹੋ? ਜੇ ਚਾਹੁੰਦੇ ਹੋ ਤਾਂ ਤੁਸੀਂ ਐਕਸਟਰਾ ਪੈਸੇ ਟੈਕਸ ਵਧਾਉਣ ਲਈ ਹੱਕ 'ਚੋਂ। ਉਹ ਲੋਕਾਂ ਨੇ ਰਿਜੈਕਟ ਕਰ ਦਿੱਤਾ। ਉਹ 3-4 ਸਾਲ ਪਿੱਛੇ ਪੈ ਗਿਆ। ਅੱਜ ਅਸੀਂ ਆਏ, ਜਦੋਂ ਸਾਡਾ ਸਰਕਾਰ ਬਣਨੀ ਸੀ, ਅਸੀਂ ਕਿਹਾ ਅਸੀਂ ਲੀਡਰਸ਼ਿਪ ਇਹਦੇ ਵਿੱਚ ਹੈ ਕਿ ਤੁਸੀਂ ਲੀਡਰਸ਼ਿਪ ਸ਼ੋਅ ਕਰੋ ਔਰ ਮੋਹਰੇ ਹੋ ਕੇ ਤੁਸੀਂ ਉਹ ਕੰਮ ਕਰੋ। ਸੋ ਸਾਡੇ ਲੀਡਰ ਨੇ ਉਸ ਵੇਲੇ ਕਿਹਾ, ਜੌਨ ਹੋਰਗਨ, ਕਿ ਅੱਗੇ ਪਹਿਲਾਂ ਫੰਡਿੰਗ ਫਾਰਮੂਲਾ ਲੋਕਲ ਤੇ ਪ੍ਰੋਵਿੰਸ਼ੀਅਲ ਤੇ ਫੈਡਰਲ 1/3 ਹੁੰਦਾ ਸੀ। ਅਸੀਂ ਕਿਹਾ ਨਹੀਂ, ਅਸੀਂ 40% ਕਰਾਂਗੇ। ਅਸੀਂ ਵਧਾ ਕੇ 40 ਕਰ ਦਿੱਤਾ। ਫੈਡਰਲ ਵੀ 40 ਨੂੰ ਮੰਨ ਗਏ ਤਾਂ ਕਿ ਲੋਕਲ ਜਿਹੜੇ ਆ ਉਹਨਾਂ 'ਤੇ ਘੱਟ ਪੈ ਹੋਵੇ। ਸੋ ਅੱਜ ਉਹ ਸਕਾਈ ਟ੍ਰੇਨ ਬਣ ਰਹੀ ਆ ਔਰ ਉਹ ਜਿਹੜਾ ਸਕੈਜੂਲ ਪਹਿਲਾਂ ਸੀ ਉਹ ਤੋਂ ਵੀ 2 ਸਾਲ ਪਹਿਲਾਂ ਬਣ ਜਾਣੀ ਆ। ਹਸਪਤਾਲਾਂ ਦੀ ਗੱਲ ਕਰ ਲਓ, ਪਹਿਲੀ ਸਰਕਾਰ ਦੀ ਪ੍ਰਾਇਓਰਟੀ ਇਹ ਸੀ ਕਿ ਜਿਹੜੀਆਂ ਜ਼ਮੀਨਾਂ ਹਸਪਤਾਲ ਲਈ ਖਰੀਦੀਆਂ ਹੋਈਆਂ ਸੀ ਉਹ ਵੀ ਵੇਚ ਗਏ ਤਾਂ ਕਿ ਉਹ ਸ਼ੋਅ ਕਰ ਸਕਣ। ਅਸੀਂ ਬੈਲੈਂਸ ਬਜਟ ਕਰ ਦਿੱਤਾ। ਹੁਣ ਅਸੀਂ ਕਿਹਾ ਨਹੀਂ, ਸੈਕੰਡ ਹਸਪਤਾਲ ਚਾਹੀਦਾ ਕਿਉਂਕਿ ਫਾਸਟੈਸਟ ਗਰੋਇੰਗ ਕਮਿਊਨਿਟੀ ਆ ਔਰ ਵੈਨਕੂਵਰ ਤੋਂ ਬਾਅਦ ਵੱਡਾ ਸ਼ਹਿਰ ਆ ਔਰ ਛੇਤੀ ਇਹਨੇ ਵੈਨਕੂਵਰ ਤੋਂ ਉੱਪਰ ਚਲੇ ਜਾਣਾ। ਇੱਥੇ ਦੂਜੇ ਹਸਪਤਾਲ ਦੀ ਲੋੜ ਆ। ਹੁਣ ਇਸ ਵੇਲੇ $1.7 ਬਿਲੀਅਨ ਬਜਟ ਉਹਦਾ ਪਾਸ ਹੋ ਚੁੱਕਾ, ਬਿਜ਼ਨਸ ਪਲਾਨ ਪਾਸ ਹੋ ਚੁੱਕੀ ਆ ਤੇ ਹੁਣ ਅਸੀਂ ਜਿਹੜੇ ਹੈਗੇ ਆ ਕੰਟਰੈਕਟ ਜਿਹੜੇ ਇਸ਼ੂ ਕਰ ਦੇਣੇ ਆ ਤੇ ਮੂਹਰਲੇ ਸਾਲ ਤੋਂ ਕੰਸਟਰਕਸ਼ਨ ਸ਼ੁਰੂ ਹੋ ਜਾਣੀ ਆ। ਉਹਨਾਂ ਅਗੇਨ ਉਹ ਪਹਿਲੇ ਸਰਕਾਰ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਕਰਕੇ ਸਾਨੂੰ ਇੰਨਾ ਡਿਲੇ ਕਰਨਾ ਪੈ ਗਿਆ। ਜ਼ਮੀਨ ਖਰੀਦਣੀ ਪਈ, ਉਹਦੇ ਨਾਲ ਫਰਸਟ ਨੇਸ਼ਨ ਦਾ ਵੀ ਇਨਵੋਲਵਮੈਂਟ ਹੋ ਜਾਂਦੀ ਆ, ਉਹਨਾਂ ਦੀ ਕੰਸਲਟੇਸ਼ਨ ਨਾਲ ਕਾਫੀ ਡਿਲੇ ਹੋ ਗਿਆ। ਪਰ ਇਹ ਸਾਡਾ ਵਾਅਦਾ ਸੀ ਅਸੀਂ ਬਣਾਉਣਾ ਔਰ ਬਣਨਾ ਸ਼ੁਰੂ ਹੋ ਜਾਣਾ ਔਰ ਬਣ ਜਾਣਾ। ਨਾਲ ਹੀ ਕੈਂਸਰ ਕਲੀਨਿਕ ਜਿਹੜੀ ਆ ਉਹ ਵੀ ਨਾਲ ਅਟੈਚ ਕਰਨੀ ਆ। ਤੁਸੀਂ ਸਰੀ ਤੋਂ ਐਮਪੀ ਜੇ, ਸਰੀ ਦੇ ਵਿੱਚ ਇੱਕ ਬਹਿਸ ਚੱਲ ਰਹੀ ਹੈ, ਸਮਝੋ ਵਿਚਾਰ ਵਟਾਂਦਰਾ ਚੱਲ ਰਿਹਾ ਹੈ ਕਿ ਆਰਸੀ ਐਮਪੀ ਹੋਵੇ ਜਾਂ ਸਰੀ ਦੀ ਆਪਣੀ ਪੁਲਿਸ ਹੋਵੇ। ਇਸ ਮਾਮਲੇ 'ਚ ਤੁਹਾਡੀ ਆਪਣੀ ਰਾਏ ਕੀ ਆ? ਜੇ ਸਰੀ ਦੇ ਵਾਸੀ, ਸਰੀ ਦੇ ਐਮਪੀ ਤੇ ਬੀਸੀ ਦੇ ਮਿਨਿਸਟਰ, ਸਰਕਾਰ ਵੱਲੋਂ, ਤੁਹਾਡੀ ਪਾਰਟੀ ਵੱਲੋਂ ਕੀ ਹੈ? ਦੇਖੋ, ਸਾਡੇ ਸੂਬੇ ਦੇ ਵਿੱਚ ਕਾਨੂੰਨ ਇਹ ਹੈਗਾ ਕਿ ਹਰ ਇੱਕ ਮਿਊਨਿਸਪੈਲਿਟੀ ਜਿਹਦੀ ਪਾਪੂਲੇਸ਼ਨ 5000 ਤੋਂ ਵੱਧ ਆ ਨਾ, ਉਹ ਡਿਸਾਈਡ ਕਰ ਸਕਦੀ ਉਹਨਾਂ ਨੂੰ ਕਿਹੋ ਜਿਹੀ ਪੁਲਿਸ ਚਾਹੀਦੀ, ਕਿਹੜੀ ਪੁਲਿਸ ਚਾਹੀਦੀ ਹੈ। ਇਸੇ ਤਰ੍ਹਾਂ ਸਰੀ ਸਿਟੀ ਨੇ ਜਦੋਂ ਪਿਛਲੀ ਵਾਰ ਇਹਨਾਂ ਦੀ ਇਲੈਕਸ਼ਨ ਹੋਈ ਤਾਂ ਯੂਨੈਨਿਮਸਲੀ ਮਤਾ ਪਾਸ ਕੀਤਾ ਕਿ ਸਾਨੂੰ ਸਰੀ ਪੁਲਿਸ ਚਾਹੀਦੀ ਹੈ ਆਰਸੀਐਮਪੀ ਨੂੰ ਰਿਪਲੇਸ ਕਰਨਾ। ਤੇ ਫਿਰ ਸਾਡੀ ਸਰਕਾਰ ਉਹਨਾਂ ਨਾਲ ਰਲ ਕੇ ਉਹਨਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅੱਜ ਉਹ ਟ੍ਰਾਂਜੀਸ਼ਨ ਹੋ ਰਹੀ ਆ। ਮੈਨੂੰ ਪਤਾ ਲੱਗਾ ਕਿ ਤਕਰੀਬਨ 100 ਤੋਂ ਵੱਧ ਜਿਹੜੇ ਆਫੀਸਰ ਆ ਆਲਰੇਡੀ ਸਰੀ ਪੁਲਿਸ ਦੇ ਆ ਚੁੱਕੇ ਆ, ਸੜਕਾਂ 'ਤੇ ਆ। ਸੋ ਜਿਹੜਾ ਮੂਹਰਲੇ ਸਾਲ ਦੇ ਵਿੱਚ ਮੈਨੂੰ ਪਤਾ ਲੱਗਦਾ ਕਿ ਹੋ ਸਕਦਾ 2 ਸਾਲ ਤੱਕ ਚਲੇ ਜਾਣ। ਸੋ ਛੇਤੀ ਵੱਧ ਰਿਹਾ ਉਸ ਪਾਸੇ। ਔਰ ਮੇਰਾ ਜਿੱਥੇ ਦੀ ਆਪਣਾ ਖਿਆਲ ਆ, ਕਿਉਂਕਿ ਇਹ ਪ੍ਰੋਸੈਸ ਜਿਹੜਾ ਚੱਲ ਰਿਹਾ, ਸਾਡੇ ਜਿਹੜੇ ਸਟੈਚੂਟਰੀ ਅਥਾਰਟੀ ਮੇਕਰਸ ਹੈਗੇ ਉਹ ਕੰਮ ਕਰ ਰਹੇ ਸਿਟੀ ਨਾਲ। ਪਰ ਪਰਸਨਲੀ ਦੱਸਾਂ, ਐਡੇ ਵੱਡੇ ਸ਼ਹਿਰ ਵਾਸਤੇ ਮੈਂ ਇਸ ਦੇ ਹੱਕ 'ਚ ਹਾਂ ਕਿ ਆਪਣੀ ਪੁਲਿਸ ਫੋਰਸ ਚਾਹੀਦੀ ਆ ਤਾਂ ਕਿ ਤੁਹਾਡਾ ਆਪਣਾ ਕੰਟਰੋਲ ਹੋਵੇ, ਤੁਹਾਡੀ ਆਪਣੀ ਉਹਨਾਂ ਦੀ ਕਮਿਟਮੈਂਟ ਹੋਏਗੀ। ਤੁਸੀਂ ਆਪਣਾ ਡਿਫਰੈਂਟ ਪੁਲਿਸ ਮਾਡਲ ਬਣਾ ਸਕਦੇ ਹੋ ਜਿਹੜਾ ਕਿ ਲੋਕਾਂ 'ਤੇ ਢੁਕਦਾ, ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੋਵੇ, ਨਾ ਕਿ ਉਹਨਾਂ ਨੂੰ ਹਰ ਵਕਤ ਆਟੋਬਾਤ ਤੋਂ ਜਾ ਕੇ ਮਨਜ਼ੂਰੀਆਂ ਲੈਣੀਆਂ ਪੈਣ। ਸੋ ਆਈ ਥਿੰਕ ਇਹ ਸਾਡੇ ਵਾਸਤੇ ਚੰਗੀ ਗੱਲ ਆ ਤੇ ਉਹ ਪ੍ਰੋਸੈਸ ਚੱਲ ਰਿਹਾ, ਉਹਦੇ ਨੂੰ ਮੂਵ ਛੇਤੀ ਹੋ ਰਿਹਾ। ਧੰਨਵਾਦ ਜੀ।